ਸਤਨਾਮ ਸ੍ਰੀ ਵਾਹਿਗੁਰੂ ਜੀਓ। ਸਲੋਕ ਮਹੱਲਾ ਚੌਥਾ। ਗੁਰਮੁਖ ਅੰਤਰ ਸਾਤੈ ਮਨ ਤਨ ਨਾਮ ਸਮਾਏ। ਨਾਮੋ ਚਿਤਵੈ ਨਾਮ ਪੜੈ ਨਾਮ ਰਹੈ ਲਿਵ ਲਾਇ। ਨਾਮ ਪਦਾਰਥ ਪਾਇਆ ਚਿੰਤਾ ਗਈ ਬਿਲਾਏ। ਸਤਿਗੁਰ ਮਿਲਿਆ ਨਾਮ ਉਪਜੈ ਤਿਸਨਾ ਭੁਖ ਸਭ ਜਾਏ। ਨਾਨਕ ਨਾਮੇ ਰਤਿਆ ਨਾਮੋ ਪੱਲੇ ਪਾਏ। ਸਤਿਗੁਰ ਮਿਲਿਆ ਨਾਮ ਉਪਜੈ ਤਿਸਨਾ ਭੁਖ ਸਭ ਜਾਏ। ਨਾਨਕ ਨਾਮੇ ਰਤਿਆ ਨਾਮੋ ਪੱਲੇ ਪਾਏ। ਗੁਰਮੁਖ ਅੰਤਰ ਸ਼ਾਂਤ ਹੈ ਮਨ ਤਨ ਨਾਮ ਸਮਾਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਖਾਲਸਾ ਸਤ ਸੰਗਤ ਜੀਓ, ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ ਸਾਡੇ ਕਲਯੁਗੀ ਜੀਵਾਂ ਦੇ ਉਧਾਰ ਵਾਸਤੇ। ਜਿੱਥੇ 10 ਪਾਵਨ ਗੁਰੂ ਜਾਮੇ ਧਾਰਨ ਕੀਤੇ, ਉਥੇ ਹਮੇਸ਼ਾ ਲਈ ਸਰਬੱਤ ਜੀਵਾਂ ਦੀ ਕਲਿਆਣ ਵਾਸਤੇ ਪਾਵਨ ਅੰਮ੍ਰਿਤ ਰੂਪ ਇਲਾਹੀ ਬਾਣੀ ਉਚਾਰਨ ਕੀਤੀ। ਜਿਸ ਪਵਿੱਤਰ ਬਾਣੀ ਦੀ ਆਪ ਸੰਗਤਾਂ ਲੜੀਵਾਰ ਕਥਾ ਵਿਚਾਰ ਸਰਵਣ ਕਰ ਰਹੇ ਹੋ। ਸੋਠ ਰਾਗ ਦੀ ਵਾਰ ਅੰਦਰ ਲੜੀਵਾਰ ਕਥਾ ਚੱਲ ਰਹੀ ਹੈ। ਇਹ ਵਾਰ ਮਹੱਲੇ ਚੌਥੇ ਦੀ ਹੈ ਅਤੇ ਸ਼ਲੋਕ ਵਧੇਰੇ ਗੁਰੂ ਅਮਰਦਾਸ ਮਹਾਰਾਜ ਦੇ ਹਨ। 26 ਸ਼ਲੋਕਾਂ ਦੀ ਤੇ ਪੌੜੀਆਂ ਦੀ ਕਥਾ ਆਪ ਸੰਗਤਾਂ ਸਰਵਣ ਕਰ ਚੁੱਕੇ ਹੋ। ਹੁਣ ਅੱਗੇ 27ਵੇਂ ਸ਼ਲੋਕ ਦੀ ਕਥਾ ਆਰੰਭ ਹੋ ਰਹੀ ਹੈ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਦੇ ਪਾਵਨ ਚਰਨਾਂ ਕਮਲਾਂ ਵਿਖੇ ਗੁਰਸਿੱਖਾਂ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਆਪ ਕਿਰਪਾ ਕਰਕੇ ਇਹ ਦੱਸੋ, ਗੁਰਮੁਖ ਦੀ ਅਵਸਥਾ ਕਿਹੋ ਜਿਹੀ ਹੁੰਦੀ ਹੈ? ਗੁਰਮੁਖ ਦਾ ਆਦਰਸ਼ਕ ਜੀਵਨ ਕਿਹੋ ਜਿਹਾ ਹੁੰਦਾ ਹੈ? ਤਾਂ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਇਹ ਸ਼ਲੋਕ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਦਾ ਹੀ ਆ ਰਿਹਾ ਹੈ। ਸੋਢੀ ਸੁਲਤਾਨ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਇਸ ਪਾਵਨ ਪਵਿੱਤਰ ਸ਼ਲੋਕ ਦੇ ਅੰਦਰ ਗੁਰਮੁਖ ਦੀ ਅਵਸਥਾ ਦਾ ਜ਼ਿਕਰ ਕਰਦੇ ਹਨ। ਆਪ ਸੰਗਤਾਂ ਪ੍ਰੇਮ ਦੇ ਨਾਲ ਸੁਣੋ ਅਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਗੁਰਮੁਖ ਅੰਤਰ ਸ਼ਾਂਤ ਹੈ ਮਨ ਤਨ ਨਾਮ ਸਮਾਏ। ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਗੁਰਮੁਖ ਅੰਤਰ ਸ਼ਾਂਤ ਹੈ। ਗੁਰਮੁਖ ਵਿਅਕਤੀ ਦਾ ਅੰਦਰੋਂ ਮਨ ਸ਼ਾਂਤ ਹੋ ਜਾਂਦਾ ਹੈ। ਕਿਉਂ? ਉਸਨੂੰ ਆਤਮਿਕ ਸ਼ਾਂਤੀ ਮਿਲ ਜਾਂਦੀ ਹੈ। ਮਨ ਤਾਂ ਨਾਮ ਸਮਾਏ, ਉਹ ਮਨ ਕਰਕੇ ਅਤੇ ਤਨ ਸਰੀਰ ਕਰਕੇ ਨਾਮ ਦੇ ਵਿੱਚ ਹੀ ਲੀਨ ਹੋਇਆ ਰਹਿੰਦਾ ਹੈ। ਭਾਵ ਉਹਦੀ ਰਸਨਾ ਵੀ ਹਰ ਵੇਲੇ ਵਾਹਿਗੁਰੂ ਵਾਹਿਗੁਰੂ ਜਪਦੀ ਹੈ। ਉਹਦਾ ਮਨ ਵੀ ਹਰ ਵੇਲੇ ਵਾਹਿਗੁਰੂ ਵਾਹਿਗੁਰੂ ਦੀ ਯਾਦ ਵਿੱਚ ਜੁੜਿਆ ਰਹਿੰਦਾ ਹੈ। ਨਾਮੋ ਚਿਤਵੈ ਨਾਮ ਪੜੈ ਨਾਮ ਰਹੈ ਲਿਵ ਲਾਇ। ਉਹ ਗੁਰਮੁਖ ਵਿਅਕਤੀ ਨਾਮੋ ਚਿਤਵੈ, ਨਾਮ ਨੂੰ ਹੀ ਚੇਤੇ ਕਰਦਾ ਹੈ ਤੇ ਨਾਮ ਨੂੰ ਹੀ ਪੜ੍ਹੈ, ਰਸਨਾ ਤੋਂ ਜਪਦਾ ਹੈ। ਇਹਦਾ ਮਤਲਬ ਇਹ ਹੈ ਉਹਦੇ ਮਨ ਦੇ ਵਿੱਚ ਵਾਹਿਗੁਰੂ ਨਾਮ ਦਾ ਸਿਮਰਨ ਹੁੰਦਾ ਹੈ।
ਉਹਦੀ ਰਸਨਾ ਤੇ ਨਾਮ ਦਾ ਜਾਪ ਹੁੰਦਾ ਹੈ। ਨਾਮੋ ਚਿਤਵੈ ਨਾਮੋ ਪੜ੍ਹੈ, ਉਹ ਨਾਮ ਨੂੰ ਹੀ ਚੇਤੇ ਕਰਦਾ ਹੈ ਤੇ ਨਾਮ ਨੂੰ ਹੀ ਜਪਦਾ ਹੈ। ਨਾਮ ਰਹਿ ਲਿਵ ਲਾਏ, ਉਹ ਅੱਠੇ ਪੈਰ ਨਾਮ ਦੇ ਵਿੱਚ ਹੀ ਆਪਣੀ ਬਿਰਤੀ ਨੂੰ ਜੋੜੀ ਰੱਖਦਾ ਹੈ। ਨਾਮ ਪਦਾਰਥ ਪਾਇਆ ਚਿੰਤਾ ਗਈ ਬਿਲਾਏ। ਸਾਹਿਬ ਸਤਿਗੁਰੂ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਉਸ ਗੁਰਮੁਖ ਵਿਅਕਤੀ ਨੇ ਨਾਮ ਰੂਪੀ ਪਦਾਰਥ ਨੂੰ ਪ੍ਰਾਪਤ ਕਰ ਲਿਆ ਹੈ। ਇਹ ਨਾਮ ਇੱਕ ਅਮੋਲਕ ਰਤਨ ਹੈ। ਬਹੁ ਸ਼ਾਸਤਰ ਬਹੁ ਸਿਮਰਤੀ, ਪੇਖੇ ਸਰਬ ਟੰਡੋਲ, ਪੂਜਸ ਨਾਹੀ ਹਰ ਹਰੇ, ਨਾਨਕ ਨਾਮ ਅਮੋਲ। ਇਸ ਨਾਮ ਰੂਪੀ ਰਤਨ ਪਦਾਰਥ ਨੂੰ ਉਸਨੇ ਪ੍ਰਾਪਤ ਕਰ ਲਿਆ ਹੈ। ਚਿੰਤਾ ਗਈ ਬੁਲਾਏ, ਹੁਣ ਉਹਦੇ ਮਨ ਦੇ ਵਿੱਚੋਂ ਸਾਰੀ ਚਿੰਤਾ ਨਾਸ ਹੋ ਗਈ ਹੈ। ਸਤਿਗੁਰ ਮਿਲਿਆ ਨਾਮ ਉਪਜੈ, ਤਿਸਨਾ ਭੁਖ ਸਭ ਜਾਏ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰਮੁਖੋ ਸਤਿਗੁਰੂ ਦੇ ਨਾਲ ਮਿਲਣ ਕਰਕੇ ਹੀ ਨਾਮ ਉਪਜੈ, ਜਿਹੜਾ ਅੰਦਰ ਗੁਪਤ ਨਾਮ ਹੈ ਉਹ ਪ੍ਰਗਟ ਹੁੰਦਾ ਹੈ। ਠੀਕ ਹੈ, ਇੱਕ ਨਾਮ ਤੇ ਉਹ ਹੈ ਜੋ ਸਾਨੂੰ ਗੁਰੂ ਤੋਂ ਮਿਲਦਾ ਹੈ, ਪੰਜ ਪਿਆਰੇ ਬਖਸ਼ਿਸ਼ ਕਰਦੇ ਹਨ। ਦੂਸਰਾ ਨਾਮ ਉਹ ਹੈ ਜਿਸ ਨੂੰ ਬਖਸ਼ਿਸ਼ ਵਾਲਾ ਨਾਮ ਆਖਿਆ ਜਾਂਦਾ ਹੈ, ਉਹ ਸਾਡੇ ਅੰਦਰ ਹੈ। ਸਤਿਗੁਰੂ ਦੇ ਨਾਲ ਮਿਲਣ ਕਰਕੇ ਹੀ ਤੇ ਜਿਹੜਾ ਅੰਦਰ ਨਾਮ ਹੈ, ਗੁਪਤ ਨਾਮ ਹੈ, ਉਹ ਪ੍ਰਗਟ ਹੁੰਦਾ ਹੈ। ਤਿਸਨਾ ਭੁਖ ਸਭ ਜਾਏ, ਜਦੋਂ ਉਹ ਅੰਦਰਲਾ ਗੁਪਤ ਨਾਮ ਦਾ ਸੋਮਾ ਪ੍ਰਗਟ ਹੋ ਜਾਂਦਾ ਹੈ ਤੇ ਫਿਰ ਤ੍ਰਿਸ਼ਨਾ ਦੀ ਭੁੱਖ ਸਾਰੀ ਚਲੀ ਜਾਂਦੀ ਹੈ। ਨਾਨਕ ਨਾਮੇ ਰਤਿਆ ਨਾਮੋ ਪੱਲੇ ਪਾਏ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਗੁਰਮੁਖੋ ਨਾਮ ਦੇ ਰੰਗ ਵਿੱਚ ਰੰਗਿਆ ਹੋਇਆ ਨਾਮੋ ਪੱਲੇ ਪਾਏ, ਤੇ ਨਾਮ ਹੀ ਪੱਲੇ ਬੁੱਧੀ ਵਿੱਚ ਪ੍ਰਾਪਤ ਹੁੰਦਾ। ਇਹਦਾ ਮਤਲਬ ਇਹ ਹੈ, ਜਿਹੜੇ ਲੋਕ ਮਾਇਆ ਦੇ ਨਾਲ ਕੋਈ ਵਪਾਰ ਕਰਦੇ ਹਨ ਤੇ ਉਹਨਾਂ ਨੂੰ ਮਾਇਆ ਦਾ ਹੀ ਲਾਭ ਪ੍ਰਾਪਤ ਹੁੰਦਾ ਹੈ। ਧਨ ਦੇ ਨਾਲ ਜਿਹੜੇ ਕੋਈ ਲੋਕ ਬਿਜ਼ਨਸ ਕਰਦੇ ਹਨ, ਉਹਨੂੰ ਧਨ ਹੀ ਪ੍ਰਾਪਤ ਹੁੰਦਾ ਹੈ। ਇਸੇ ਤਰ੍ਹਾਂ ਜੋ ਨਾਮ ਦੇ ਰੰਗ ਵਿੱਚ ਰੰਗੇ ਹੋਏ ਹਨ, ਉਹਨਾਂ ਦੇ ਪੱਲੇ ਵਿੱਚ, ਉਹਨਾਂ ਦੇ ਹਿਰਦੇ ਵਿੱਚ ਨਾਮ ਹੀ ਪ੍ਰਾਪਤ ਹੁੰਦਾ ਹੈ। ਮਹੱਲਾ ਚੌਥਾ। ਸਤਿਗੁਰ ਪੁਰਖ ਜੇ ਮਾਰਿਆ, ਭਰਮ ਭਰਮਿਆ ਕਰ ਛੋੜ ਗਿਆ। ਲਓ ਹੁਣ ਜੋ ਅੱਗੇ ਸ਼ਲੋਕ ਆ ਰਿਹਾ ਹੈ, ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਦਾ, ਇਹ ਉਸ ਘਟਨਾ ਵੱਲ ਇਸ਼ਾਰਾ ਕਰਦਾ ਹੈ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਦੇ ਸਮੇਂ ਜਦੋਂ ਗੋਇੰਦਵਾਲ ਸਾਹਿਬ ਨਗਰ ਸਤਿਗੁਰੂ ਨੇ ਵਸਾਇਆ ਹੈ, ਤਾਂ ਉਸ ਵੇਲੇ ਇਹ ਗੋਂਦਾ ਖੱਤਰੀ ਜਿਹੜਾ ਗੁਰੂ ਅੰਗਦ ਦੇ ਮਹਾਰਾਜ ਦੀ ਸ਼ਰਨ ਵਿੱਚ ਆਇਆ ਸੀ ਤੇ ਬੇਨਤੀ ਕੀਤੀ ਸੀ, ਮਹਾਰਾਜ ਮੇਰਾ ਪਿੰਡ ਨਹੀਂ ਵਸਦਾ, ਕਿਰਪਾ ਕਰਕੇ ਮੇਰਾ ਪਿੰਡ ਵਸਾ ਦਿਓ। ਗੁਰੂ ਅੰਗਦ ਦੇ ਮਹਾਰਾਜ ਸੱਚੇ ਪਾਤਸ਼ਾਹ ਨੇ ਗੁਰੂ ਅਮਰਦਾਸ ਮਹਾਰਾਜ ਨੂੰ ਭੇਜਿਆ। ਗੋਇੰਦਵਾਲ ਨਗਰ ਆਬਾਦ ਹੋਇਆ। ਹੁਣ ਇੱਥੇ ਰੌਣਕਾਂ ਲੱਗਣ ਲੱਗੀਆਂ। ਗੋਂਦਾ ਤੇ ਠੀਕ ਠਾਕ ਰਿਹਾ। ਜਦੋਂ ਗੋਂਦਾ ਚੜ੍ਹਾਈ ਕਰ ਗਿਆ, ਗੋਂਦੇ ਦਾ ਪੁੱਤਰ ਤੇ ਬਾਕੀ ਇਸ ਦਾ ਭਤੀਜਾ, ਉਹਨਾਂ ਨੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਨਾਲ ਈਰਖਾ ਕਰਨੀ ਸ਼ੁਰੂ ਕਰ ਦਿੱਤੀ। ਇੱਕ ਵਾਰ ਉਹਨਾਂ ਨੇ ਗੁਰੂ ਮਹਾਰਾਜ ਨੂੰ ਆ ਕੇ ਆਖਿਆ, ਅਸੀਂ ਪਿੰਡ ਦੇ ਚੌਧਰੀ ਹਾਂ, ਤੁਸੀਂ ਸਾਡੇ ਪਿੰਡ ਵਿੱਚ ਰਹਿੰਦੇ ਹੋ, ਤੁਹਾਡੇ ਕੋਲੇ ਸੰਗਤਾਂ ਬੇਅੰਤ ਧਨ ਪਦਾਰਥ ਮਾਇਆ ਭੇਟਾ ਕਰਦੀਆਂ ਹਨ, ਉਹਦੇ ਵਿੱਚੋਂ ਕੁਝ ਹਿੱਸਾ ਸਾਨੂੰ ਵੀ ਦਿਓ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਸੰਗਤਾਂ ਦੀ ਮਾਇਆ ਉਹ ਗੁਰੂ ਦੇ ਲੰਗਰਾਂ ਵਿੱਚ ਤੇ ਹੋਰ ਸੇਵਾਵਾਂ ਦੇ ਵਿੱਚ ਲੱਗ ਸਕਦੀ ਹੈ, ਔਰ ਉਹ ਹੋਰ ਕਿਸੇ ਨੂੰ ਨਹੀਂ ਦਿੱਤੀ ਜਾ ਸਕਦੀ। ਇਹ ਕਹਿਣ ਲੱਗੇ, ਅਸੀਂ ਫਿਰ ਸਰਕਾਰੇ ਦਰਬਾਰੇ ਜਾ ਕੇ ਸ਼ਿਕਾਇਤ ਕਰਾਂਗੇ। ਸਤਿਗੁਰੂ ਕਹਿਣ ਲੱਗੇ, ਜੋ ਮਰਜ਼ੀ ਕਰਨਾ ਕਰ ਲਵੋ। ਪਹਿਲਾਂ ਇਹ ਲਾਹੌਰ ਦੇ ਵਿੱਚ ਗਏ, ਉਸ ਤੋਂ ਬਾਅਦ ਦਿੱਲੀ ਅਕਬਰ ਬਾਦਸ਼ਾਹ ਦੇ ਕੋਲ ਵੀ ਜਾ ਕੇ ਫਰਿਆਦੀ ਹੋਏ, ਔਰ ਉੱਥੇ ਵਜ਼ੀਰ ਖਾਂ
ਇੱਕ ਗੁਰੂ ਘਰ ਦਾ ਸ਼ਰਧਾਲੂ ਅਕਬਰ ਬਾਦਸ਼ਾਹ ਦਾ ਵਜ਼ੀਰ ਸੀ। ਉਸਨੇ ਸਾਰੀ ਗੱਲ ਦੀ ਪੜਤਾਲ ਕੀਤੀ। ਇਹ ਝੂਠੇ ਸਾਬਤ ਹੋਏ। ਫਿਰ ਇਹਨਾਂ ਨੂੰ ਸਰਕਾਰੇ ਦਰਬਾਰੇ ਵੀ ਲਾਹਣਤਾਂ ਪਈਆਂ, ਧੱਕੇ ਵੱਜੇ। ਫਿਰ ਜਦੋਂ ਵਾਪਸ ਮੁੜ ਕੇ ਆਏ, ਕਿਸੇ ਨੇ ਘਰ ਨਾ ਵੜਨ ਦਿੱਤਾ। ਇਹਨਾਂ ਦੀ ਬੜੀ ਦੁਰਦਸ਼ਾ ਹੋਈ ਸੀ। ਤੇ ਹੁਣ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ ਉਸ ਗੋਂਦੇ ਦੇ ਪੁੱਤਰ ਦੀ ਵਾਰਤਾ ਇਸ ਸ਼ਲੋਕ ਵਿੱਚ ਬਿਆਨ ਕੀਤੀ ਹੈ। ਸਤਿਗੁਰ ਪੁਰਖ ਜੇ ਮਾਰਿਆ, ਭ੍ਰਮ ਭ੍ਰਮਿਆ ਕਰ ਛੋਟ ਗਿਆ। ਜਿਹੜਾ ਪੂਰਨ ਤੇ ਸੱਚੇ ਸਤਿਗੁਰੂ ਨੇ ਮਾਰਿਆ ਸੀ, ਸਰਾਫਿਆ ਸੀ, ਦੁਰਕਾਰਿਆ ਸੀ। ਭ੍ਰਮ ਭ੍ਰਮਿਆ, ਉਹ ਭਰਮ ਦੇ ਵਿੱਚ ਭਰਮਿਆ ਹੋਇਆ, ਭਰਮ ਦੇ ਵਿੱਚ ਭਟਕਿਆ ਹੋਇਆ, ਆਪਣਾ ਘਰ ਛੱਡ ਕੇ ਫਰਿਆਦ ਲਈ, ਦਾਦ ਪੁਕਾਰ ਦੇ ਲਈ ਕਿਧਰੇ ਲਾਹੌਰ, ਕਦੇ ਦਿੱਲੀ ਦੇ ਵਿੱਚ ਟੱਕਰਾਂ ਮਾਰਦਾ ਰਿਹਾ। ਉਸ ਪਿੱਛੇ ਵੱਜੈ ਫਕੜੀ, ਮੂੰਹੋਂ ਕਾਲਾ ਆਗੇ ਪਿਆ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਿਹੜਾ ਗੋਂਦੇ ਦਾ ਪੁੱਤਰ ਸੀ, ਜਦੋਂ ਉਹ ਗੁਰੂ ਮਹਾਰਾਜ ਤੇ ਇਹ ਪੁਕਾਰ ਕਰਨ ਵਾਸਤੇ ਗਿਆ, ਗੁਰੂ ਮਹਾਰਾਜ ਦੇ ਖਿਲਾਫ ਸ਼ਿਕਾਇਤ ਕਰਨ ਵਾਸਤੇ ਗਿਆ, ਤਾਂ ਉਸ ਵੇਲੇ ਉਹਦੇ ਪਿੱਛੋਂ, ਫਕੜੀ ਦਾ ਅਰਥ ਹੈ ਲੋਕ ਤਾੜੀਆਂ ਵਜਾਉਂਦੇ, ਭਾਵ ਇਸ ਦਾ ਮਜ਼ਾਕ ਉਡਾਉਂਦੇ, ਮੂੰਹ ਕਾਲਾ ਆਗਿਆ ਪਿਆ। ਜਦੋਂ ਉਹ ਸਰਕਾਰੀ ਦਰਬਾਰੇ ਗਿਆ, ਉਥੇ ਅੱਗੇ ਜਾ ਕੇ ਵੀ ਉਸਦਾ ਮੂੰਹ ਕਾਲਾ ਹੀ ਹੋਇਆ। ਉਸ ਅਰਲ ਬਰਲ ਮੂੰਹੋਂ ਨਿਕਲੈ, ਨਿਤ ਝੱਗੂ ਸੁੱਟਦਾ ਮੂਆ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਉਸ ਗੋਂਦੇ ਦੇ ਪੁੱਤਰ ਦੇ ਮੂੰਹੋਂ, ਅਰਲ ਬਰਲ ਦਾ ਅਰਥ ਹੈ ਊਟ ਪਟਾਂਗ, ਬਕਵਾਸ, ਊਲ ਜਲੂਲ ਗੱਲਾਂ ਨਿਕਲਦੀਆਂ ਸਨ। ਨਿਤ ਝੱਗੂ ਸੁੱਟਦਾ ਮੂਆ, ਔਰ ਉਹ ਹਲਕੇ ਕੁੱਤੇ ਵਾਂਗੂ ਨਿੰਦਿਆ ਦੀ ਝੱਗ ਸੁੱਟਦਾ ਸੁੱਟਦਾ ਆਖਰ ਮਰ ਗਿਆ। ਕਿਆ ਹੋਵੇ ਕਿਸੇ ਹੀ ਦੇ ਕੀਤੈ, ਜਾਂ ਤੁਰ ਕਿਰਤ ਉਸ ਦਾ ਇਹੋ ਜਿਹਾ ਪਿਆ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਕਿਆ ਹੋਵੇ ਕਿਸੇ ਹੀ ਦੈ, ਦੇ ਨਹੀਂ ਦੈ, ਇਹ ਵੀ ਲਾਵਾਂ ਦੁਲਾਵਾਂ ਦਾ ਖਿਆਲ ਰੱਖਣਾ। ਕਿਆ ਹੋਵੇ ਕਿਸੇ ਹੀ ਦੈ ਕੀਤਾ। ਹਜ਼ੂਰ ਕਹਿੰਦੇ ਕਿਸੇ ਦੇ ਕਰਨ ਦੇ ਨਾਲ ਕੀ ਹੋ ਸਕਦਾ ਹੈ, ਕੁਝ ਵੀ ਨਹੀਂ ਹੋ ਸਕਦਾ। ਜਾਂ ਤੁਰ ਕਿਰਤ ਉਸ ਦਾ ਇਹੋ ਜਿਹਾ ਪਿਆ। ਜਦੋਂ ਤੁਰ ਦਰਗਾਹ ਤੋਂ ਉਹਦੇ ਮੱਥੇ ਤੇ ਲੇਖ ਹੀ ਇਹੋ ਜਿਹਾ ਪਿਆ ਹੋਇਆ ਹੈ, ਭਾਵ ਜਿਸ ਮਨੁੱਖ ਦੇ ਭਾਗ ਹੀ ਮਾੜੇ ਨੇ, ਜਿਸ ਮਨੁੱਖ ਤੇ ਤੁਰ ਦਰਗਾਹ ਤੋਂ ਲੇਖ ਹੀ ਮਾੜਾ ਪਿਆ ਹੋਇਆ, ਦੱਸੋ ਫਿਰ ਹੋਰ ਉਹਦੇ ਵਿੱਚ ਕੋਈ ਕੀ ਕਰ ਸਕਦਾ? ਕੁਝ ਵੀ ਨਹੀਂ ਕਰ ਸਕਦਾ। ਜਿੱਥੈ ਉਹ ਜਾਏ ਤਿੱਥੈ ਉਹ ਝੂਠਾ, ਕੂੜ ਬੋਲੇ ਕਿਸੇ ਨਾ ਭਾਵੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਉਹ ਜਿੱਥੇ ਵੀ ਜਾਂਦਾ ਹੈ ਗੁਰੂ ਕਾ ਨਿੰਦਕ, ਉੱਥੇ ਹੀ ਉਹ ਝੂਠਾ ਸਾਬਤ ਹੋ ਜਾਂਦਾ ਹੈ। ਜੇ ਪੰਚਾਇਤ ਵਿੱਚ ਗਿਆ, ਲਾਹੌਰ ਵਿੱਚ ਗਿਆ, ਦਿੱਲੀ ਵਿੱਚ ਗਿਆ, ਜਿੱਥੇ ਵੀ ਗਿਆ, ਔਰ ਉਹ ਉੱਥੇ ਹੀ ਝੂਠਾ ਸਾਬਤ ਹੋਇਆ। ਕਿਉਂ? ਕੂੜ ਬੋਲੇ, ਉਹ ਝੂਠ ਬੋਲਦਾ ਸੀ। ਕਿਸੇ ਨਾ ਭਾਵੈ, ਝੂਠ ਬੋਲਣਾ ਕਿਸੇ ਨੂੰ ਵੀ ਚੰਗਾ ਨਹੀਂ ਸੀ ਲੱਗਦਾ। ਵੇਖੋ ਭਾਈ ਵਡਿਆਈ ਹਰ ਸੰਤੋ, ਸੁਆਮੀ ਆਪਣੇ ਕੀ, ਜੈਸਾ ਕੋਈ ਕਰੈ ਤੈਸਾ ਕੋਈ ਪਾਵੈ। ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਐ ਵਾਹਿਗੁਰੂ ਦੇ ਪਿਆਰਿਓ ਸੰਤ ਲੋਕੋ ਤੇ ਸਾਡੇ ਭਰਾਵੋ, ਦੇਖੋ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਵਡਿਆਈ, ਉਸ ਆਪਣੇ ਮਾਲਕ ਦੀ ਵਡਿਆਈ ਦੇਖੋ। ਜੈਸਾ ਕੋਈ ਕਰੇ ਤੈਸਾ ਕੋਈ ਪਾਵੇ। ਜਿਹੋ ਜਿਹਾ ਕੋਈ ਕੰਮ ਕਰਦਾ ਹੈ ਉਹ ਜਿਹਾ ਹੀ ਉਹ ਫਲ ਪ੍ਰਾਪਤ ਕਰ ਲੈਂਦਾ। ਜੇ ਗੋਂਦੇ ਦੇ ਪੁੱਤਰ ਨੇ ਗੁਰੂ ਘਰ ਦੇ ਨਾਲ ਈਰਖਾ ਕੀਤੀ ਤੇ ਫਿਰ ਵੇਖ ਲਓ, ਜਿਹੋ ਜਿਹਾ ਕੋਈ ਕਰਦਾ ਉਹ ਜਿਹਾ ਫਲ ਉਸ ਨੂੰ ਮਿਲ ਜਾਂਦਾ ਹੈ। ਇਹੋ ਬ੍ਰਹਮ ਵਿਚਾਰ ਹੋਵੇ ਦਰ ਸਾਚੈ, ਅੱਗੋ ਦੇ ਜਨ ਨਾਨਕ ਆਖ ਸੁਣਾਵੇ। ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਇਹ ਬ੍ਰਹਮ ਵਿਚਾਰ ਹੈ ਜੋ ਉਸ ਵਾਹਿਗੁਰੂ ਪਰਮੇਸ਼ਰ ਦੀ ਸੱਚੀ ਦਰਗਾਹ ਦੇ ਵਿੱਚ ਹੁੰਦੀ ਹੈ।
ਇਹਦਾ ਮਤਲਬ ਇਹ ਹੈ, ਇਹ ਇੱਕ ਰੱਬੀ ਦਰਗਾਹ ਦੀ ਵਾਰਤਾ ਹੈ ਜੋ ਉਸ ਵਾਹਿਗੁਰੂ ਦੀ ਸੱਚੀ ਦਰਗਾਹ ਦੇ ਵਿੱਚ ਵਾਪਰਦੀ ਹੈ। ਅੱਗੋਂ ਦੇ ਜਨ ਨਾਨਕ ਆਖ ਸੁਣਾਵੇ। ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਵੀ ਅਸੀਂ ਪਹਿਲਾਂ ਤੋਂ ਹੀ ਇਹ ਗੱਲ ਆਖ ਕੇ ਸੁਣਾ ਦਿੱਤੀ ਹੈ ਵੀ ਪਰਮੇਸ਼ਰ ਦੀ ਦਰਗਾਹ ਦੇ ਵਿੱਚ ਵੀ ਇਹੀ ਗੱਲ ਵਿਚਾਰੀ ਜਾਂਦੀ ਹੈ। ਜਿਹੜਾ ਵੀ ਕੋਈ ਗੁਰੂ ਘਰ ਦੇ ਨਾਲ ਖਹਿੰਦਾ ਹੈ, ਗੁਰੂ ਘਰ ਦੇ ਨਾਲ ਟੱਕਰਦਾ ਹੈ, ਗੁਰੂ ਘਰ ਦੇ ਬਾਰੇ ਬੁਰਾ ਸੋਚਦਾ ਹੈ ਤੇ ਉਸ ਨੂੰ ਆਪਣੀ ਕੀਤੀ ਦਾ ਫਲ ਅਵਸ਼ ਭੋਗਣਾ ਹੀ ਪੈਂਦਾ ਹੈ। ਪੌੜੀ ਗੁਰ ਸੱਚੈ ਬੱਧਾ ਥਿਓ, ਰਖਵਾਲੇ ਗੁਰ ਦਿੱਤੇ। ਲਓ ਹੁਣ ਪੌੜੀ ਵਿੱਚ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਉਸ ਗੋਇੰਦਵਾਲ ਨਗਰ ਵੱਲ ਸੰਕੇਤ ਕਰਦੇ ਹਨ। ਗੁਰ ਸੱਚੈ ਬੱਧਾ ਥਿਓ, ਸੱਚੇ ਗੁਰੂ ਧੰਨ ਗੁਰੂ ਅਮਰਦਾਸ ਮਹਾਰਾਜ ਨੇ ਗੋਇੰਦਵਾਲ ਨਗਰ ਬੰਨਿਆ ਤੇ ਰਖਵਾਲੇ ਗੁਰ ਦਿੱਤੇ, ਤੇ ਨਾਲ ਹੀ ਗੁਰੂ ਨੇ ਸਾਨੂੰ ਰਖਵਾਲੇ ਵੀ ਦੇ ਦਿੱਤੇ। ਇਹਦਾ ਮਤਲਬ ਇਹ ਹੈ, ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ ਜਿੱਥੇ ਗੋਇੰਦਵਾਲ ਸਾਹਿਬ ਨਗਰ ਵਸਾਇਆ ਹੈ ਔਰ ਉੱਥੇ ਨਾਲ ਇਹ ਵੀ ਬਚਨ ਕਰ ਦਿੱਤਾ ਸੀ, ਕਿਸੇ ਮਾਤਾ ਪਿਤਾ ਦੇ ਸਾਹਮਣੇ ਕੋਈ ਵੀ ਨੌਜਵਾਨ ਪੁੱਤ ਚੜ੍ਹਾਈ ਨਹੀਂ ਕਰੇਗਾ। ਇਉਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਜਿੱਥੇ ਸੱਚਾ ਪਿੰਡ ਬੰਨਿਆ ਹੈ ਉੱਥੇ ਨਾਲ ਉਸ ਅਕਾਲ ਪੁਰਖ ਨੇ ਰਖਵਾਲੇ ਵੀ ਸਤਿਗੁਰੂ ਬਖਸ਼ਿਸ਼ ਕਰ ਦਿੱਤੇ। ਪੂਰਨ ਹੋਈ ਆਸ ਗੁਰ ਚਰਣੀ ਮਨ ਰਤੇ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਿਨ੍ਹਾਂ ਗੁਰਸਿੱਖਾਂ ਦੇ ਗੁਰੂ ਚਰਨਾਂ ਦੇ ਵਿੱਚ ਮਨ ਰੰਗੇ ਗਏ, ਪੂਰਨ ਹੋਈ ਆਸ ਉਹਨਾਂ ਦੀ, ਹਰ ਪ੍ਰਕਾਰ ਦੀ ਆਸ ਇੱਛਾ ਉਹਨਾਂ ਦੀ ਖਾਹਿਸ਼ ਪੂਰੀ ਹੋ ਗਈ। ਭਾਵ ਗੁਰੂ ਚਰਨਾਂ ਦੇ ਨਾਲ ਪ੍ਰੇਮ ਕਰਕੇ ਜੋ ਵੀ ਮੰਗਿਆ ਉਹੀ ਕੁਛ ਉਹਨਾਂ ਨੂੰ ਮਿਲ ਗਿਆ। ਗੁਰ ਕਿਰਪਾਲ ਬੇਅੰਤ ਅਵਗੁਣ ਸਭ ਹਤੇ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾਲੂ ਨੇ, ਬੇਅੰਤ ਗੁਣਾਂ ਦੇ ਮਾਲਕ ਨੇ। ਉਹ ਸਤਿਗੁਰੂ ਨੇ, ਉਸ ਬੇਅੰਤ ਕਿਰਪਾਲੂ ਸਤਿਗੁਰੂ ਨੇ ਅਵਗੁਣ ਸਭ ਹਤੇ, ਜਿੰਨੇ ਵੀ ਸਾਡੇ ਔਗਣ ਸਨ ਉਹ ਸਾਰੇ ਹੀ ਹਤੇ ਨਾਸ ਕਰ ਦਿੱਤੇ। ਗੁਰ ਆਪਣੀ ਕਿਰਪਾ ਧਾਰ ਆਪਣੇ ਕਰ ਲਿਤੇ। ਸਾਹਿਬ ਸਤਿਗੁਰੂ ਫਰਮਾਉਂਦੇ ਹਨ, ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ ਆਪਣੀ ਕਿਰਪਾ ਧਾਰਨ ਕਰਕੇ ਜਿਹੜੇ ਉਹਨਾਂ ਦੇ ਦਾਸ ਸਨ ਆਪਣੇ ਕਰ ਲਿਤੇ, ਉਹਨਾਂ ਨੂੰ ਆਪਣੇ ਕਰ ਲਿਆ, ਆਪਣੇ ਬਣਾ ਲਿਆ ਹੈ। ਨਾਨਕ ਸਦ ਬਲਿਹਾਰ ਜਿਸ ਗੁਰ ਕੇ ਗੁਣ ਇਤੇ। ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ ਬਈ ਅਸੀਂ ਐਸੇ ਸਤਿਗੁਰੂ ਤੋਂ ਹਮੇਸ਼ਾ ਲਈ ਬਲਿਹਾਰ ਜਾਂਦੇ ਹਾਂ। ਬਲਿਹਾਰੀ ਗੁਰ ਆਪਣੇ ਦਿਵਹਾੜੀ ਸਦਵਾਰ ਜਿਸ ਗੁਰ ਕੇ ਗੁਣ ਇਤੇ, ਜਿਸ ਗੁਰੂ ਦੇ ਇਤਨੇ ਵੱਡੇ ਗੁਣ ਨੇ। ਭਾਵ ਵੱਡੇ ਵੱਡੇ ਪਾਪੀਆਂ ਨੂੰ ਵੀ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਤਾਰ ਦਿੱਤਾ। ਇੱਥੋਂ ਤੱਕ ਵੀ ਲਿਖਿਆ ਹੈ, ਪਸ਼ੂ ਪ੍ਰੇਤ ਮੁਗਧ ਕੋ ਉਤਾਰੇ, ਪਾਹਨ ਪਾਰੋ ਉਤਾਰੇ, ਨਾਨਕ ਦਾਸ ਤੇਰੀ ਸਰਨਾਈ ਸਦਾ ਸਦਾ ਬਲਿਹਾਰੇ। ਜਿਸ ਗੁਰੂ ਦੇ ਵਿੱਚ ਇਤਨੇ ਵੱਡੇ ਗੁਣ ਨੇ, ਅਸੀਂ ਉਸ ਸਤਿਗੁਰੂ ਤੋਂ ਹਮੇਸ਼ਾ ਲਈ ਬਲਿਹਾਰ ਜਾਂਦੇ ਹਾਂ। ਸ਼ਲੋਕ ਮਹੱਲਾ ਪਹਿਲਾ। ਤਾਕੀ ਰਜਾਏ ਲੇਖਿਆ ਪਾਏ, ਅਬ ਕਿਆ ਕੀਜੈ ਪਾਂਡੇ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦਾ ਅੱਗੇ ਸ਼ਲੋਕ ਆ ਰਿਹਾ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਕਿਸੇ ਪੰਡੇ ਨੂੰ, ਕਿਸੇ ਪੰਡਤ ਨੂੰ ਉਪਦੇਸ਼ ਦਿੱਤਾ। ਉਸ ਪੰਡਤ ਨੇ ਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਸਵਾਲ ਕੀਤਾ ਹੈ, ਸੱਚੇ ਪਾਤਸ਼ਾਹ ਮੈਨੂੰ ਇਹ ਦੱਸੋ, ਇਸ ਮਨੁੱਖ ਨੂੰ ਕੀ ਕਰਮਾਂ ਦੇ ਅਨੁਸਾਰ ਹੀ ਸਾਰਾ ਕੁਝ ਮਿਲਦਾ ਹੈ ਜਾਂ ਆਪਣੀ ਮਿਹਨਤ ਨਾਲ ਵੀ ਇਹ ਕੁਛ ਲੈ ਸਕਦਾ ਹੈ? ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿਣ ਲੱਗੇ, ਤਾਕੀ ਰਜਾਏ ਲਿਖਿਆ ਪਾਏ, ਅਬ ਕਿਆ ਕੀਜੈ ਪਾਂਡੇ। ਇਹ ਪਾਂਡੇ, ਇਹ ਪੰਡਤਾ, ਉਸ ਵਾਹਿਗੁਰੂ ਦੀ ਰਜ਼ਾ ਦੇ ਵਿੱਚ ਲਿਖਿਆ ਜੋ ਵੀ ਲੇਖ ਲਿਖਿਆ ਹੈ, ਜੋ ਵੀ ਸਾਡੇ ਮੱਥੇ ਤੇ ਭਾਗ ਲਿਖਿਆ ਹੈ, ਉਹਦੇ ਅਨੁਸਾਰ ਹੀ ਜੀਵ ਪਾਏ ਫਲ ਪ੍ਰਾਪਤ ਕਰਦਾ ਹੈ। ਅਬ ਕਿਆ ਕੀਜੈ ਪਾਂਡੇ। ਹੈ ਪਾਂਡੇ, ਹੁਣ ਦੱਸ ਹੋਰ ਕੀ ਕੀਤਾ ਜਾ ਸਕਦਾ ਹੈ।
ਜੋ ਉਸ ਵਾਹਿਗੁਰੂ ਦੀ ਰਜ਼ਾ ਦੇ ਵਿੱਚ ਕਿਸੇ ਵੀ ਜੀਵ ਦੇ ਮੱਥੇ ਤੇ ਕੋਈ ਲੇਖ ਲਿਖਿਆ ਜਾਂਦਾ ਹੈ, ਉਹਦੇ ਅਨੁਸਾਰ ਹੀ ਜੀਵ ਫਲ ਪਾਉਂਦਾ ਹੈ। ਇਸ ਲਈ ਹੁਣ ਇਹਦੇ ਵਿੱਚ ਹੋਰ ਕੀ ਕੀਤਾ ਜਾ ਸਕਦਾ? ਭਾਵ ਇਹਦੇ ਵਿੱਚ ਹੋਰ ਕੁਝ ਵੀ ਨਹੀਂ ਕੀਤਾ ਜਾ ਸਕਦਾ। ਹੁਕਮ ਹੋਆ ਹਾਸਲ ਤਦੇ ਹੋਏ, ਨਿਬੜਿਆ ਹੰਡ ਹੈ ਜੀ ਕਮਾਂਦੇ। ਇਹ ਵਿਸਰਾਮ ਨਿਬੜਿਆ ਤੇ ਆਉਣਾ ਹੈ। ਹੁਕਮ ਹੋਆ ਹਾਸਲ ਤਦੇ ਹੋਏ ਨਿਬੜਿਆ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੁਕਮ ਹੋਆ, ਜਦੋਂ ਵਾਹਿਗੁਰੂ ਪਰਮੇਸ਼ਰ ਦਾ ਹੁਕਮ ਹੋਇਆ, ਉਸੇ ਵੇਲੇ ਕੀਤੇ ਕਰਮਾਂ ਦਾ ਫਲ ਹਾਸਲ ਹੋ ਗਿਆ, ਪ੍ਰਾਪਤ ਹੋ ਗਿਆ। ਤਦੇ ਹੋਏ ਨਿਬੜਿਆ, ਤੇ ਉਸੇ ਵੇਲੇ ਸਾਰੀ ਗੱਲ ਦਾ ਨਿਬੇੜਾ ਹੋ ਗਿਆ। ਭਾਵ ਜੋ ਅਸੀਂ ਜੀਵ ਕਰਮ ਕਰਦੇ ਹਾਂ, ਇਨ੍ਹਾਂ ਕਰਮਾਂ ਦਾ ਫਲ ਵੀ ਵਾਹਿਗੁਰੂ ਦੇ ਹੁਕਮ ਦੇ ਵਿੱਚ ਹੀ ਪ੍ਰਾਪਤ ਹੁੰਦਾ। ਤੇ ਜਦੋਂ ਵਾਹਿਗੁਰੂ ਦੇ ਹੁਕਮ ਦੇ ਵਿੱਚ ਜੀਵ ਨੂੰ ਕੀਤੇ ਕਰਮਾਂ ਦਾ ਫਲ ਮਿਲ ਜਾਂਦਾ ਹੈ, ਉਸ ਵੇਲੇ ਉਹਦੇ ਕਰਮਾਂ ਦਾ ਨਿਬੇੜਾ ਹੋ ਜਾਂਦਾ ਹੈ। ਭਾਵ ਕਰਮਾਂ ਦਾ ਫਲ ਭੋਗੇ ਤੋਂ ਬਿਨਾਂ ਨਾਸ਼ ਨਹੀਂ ਹੁੰਦਾ। ਜਦੋਂ ਕੋਈ ਜੀਵ ਆਪਣੇ ਕਰਮਾਂ ਦਾ ਫਲ ਭੋਗ ਲਵੇ, ਉਸ ਵੇਲੇ ਉਸ ਕਰਮਾਂ ਦਾ ਨਿਬੇੜਾ ਹੋ ਜਾਂਦਾ ਹੈ। ਹੰਡਾ ਹੈ ਜੀ ਕਮਾਂਦੇ। ਵੇਖ ਲੋ, ਜਿਤਨੇ ਵੀ ਜੀਵ ਨੇ ਇਹ ਕੰਮ ਕਰਦੇ ਫਿਰਦੇ ਨੇ, ਤੇ ਫਿਰ ਆਪਣੇ ਕੀਤੇ ਕਰਮਾਂ ਦਾ ਫਲ ਵੀ ਭੋਗ ਰਹੇ ਹਨ। ਮਹੱਲਾ ਦੂਜਾ। ਨਕ ਨਥ ਖਸਮ ਹੱਥ, ਕਿਰਤ ਧੱਕੇ ਦੇ। ਲਓ ਹੁਣ ਅੱਗੇ ਧੰਨ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਦਾ ਸ਼ਲੋਕ ਆ ਰਿਹਾ ਹੈ। ਹਜ਼ੂਰ ਇਸ ਪਾਵਨ ਪਵਿੱਤਰ ਸ਼ਲੋਕ ਦੇ ਵਿੱਚ ਇੱਕੋ ਹੀ ਗੱਲ ਸਾਨੂੰ ਸਮਝਾ ਰਹੇ ਹਨ। ਨਕ ਨਥ ਖਸਮ ਹੱਥ। ਬਈ ਜਿਤਨੇ ਵੀ ਜੀਵ ਨੇ, ਇਹਨਾਂ ਦੇ ਨੱਕ ਵਿੱਚ ਨੱਥ ਪਈ ਹੋਈ ਹੈ, ਔਰ ਉਹ ਉਸ ਦੀ ਲਗਾਮ ਖਸਮ ਹੱਥ ਉਸ ਅਕਾਲ ਪੁਰਖ ਵਾਹਿਗੁਰੂ ਦੇ ਹੱਥ ਵਸ ਹੈ। ਜਿਵੇਂ ਕਿਸੇ ਪਸ਼ੂ ਦੇ ਨੱਕ ਵਿੱਚ ਨੱਥ ਪਈ ਹੁੰਦੀ ਹੈ, ਤੇ ਫਿਰ ਉਹ ਮਾਲਕ ਉਸ ਨੂੰ ਪਕੜ ਕੇ ਨੱਥ ਤੋਂ ਜਿੱਧਰ ਮਰਜੀ ਜੋੜ ਲੈਂਦਾ, ਜੋ ਮਰਜੀ ਕੰਮ ਲੈਂਦਾ। ਇਸੇ ਤਰ੍ਹਾਂ ਹਰ ਜੀਵ ਦੇ ਨੱਕ ਦੇ ਵਿੱਚ ਨੱਥ ਪਈ ਹੋਈ ਹੈ। ਉਹ ਕੀ ਹੈ? ਪ੍ਰਾਰਬਧ ਦੀ ਨੱਥ ਪਈ ਹੋਈ ਹੈ, ਤੇ ਉਹ ਪ੍ਰਾਰਬਧ ਦੀ ਵਾਗਡੋਰ ਵਾਹਿਗੁਰੂ ਦੇ ਹੱਥ ਵਸ ਹੈ। ਕਿਰਤ ਧੱਕੇ ਦੇ, ਤੇ ਜੋ ਮਨੁੱਖ ਦਾ ਕੀਤਾ ਹੋਇਆ ਕਰਮ ਹੈ, ਕੀਤਾ ਹੋਇਆ ਕਰਮ ਲੇਖ ਹੈ, ਉਹ ਉਸ ਨੂੰ ਧੱਕੇ ਦਿੰਦਾ। ਭਾਵ ਜਿੱਥੇ ਵੀ ਕੋਈ ਅੰਨ ਪਾਣੀ ਵਾਹਿਗੁਰੂ ਪਰਮੇਸ਼ਰ ਨੇ ਕਿਸੇ ਜੀਵ ਦਾ ਲਿਖਿਆ ਹੁੰਦਾ ਹੈ, ਤੇ ਫਿਰ ਉੱਥੇ ਹੀ ਉਹਨੂੰ ਜਾ ਕੇ ਚੁਗਣਾ ਪੈਂਦਾ। ਇਸ ਲਈ ਜੋ ਵੀ ਕੁਝ ਹੋ ਰਿਹਾ ਹੈ ਨਾ, ਉਹ ਵਾਹਿਗੁਰੂ ਪਰਮੇਸ਼ਰ ਦੇ ਹੁਕਮ ਦੇ ਵਿੱਚ ਹੋ ਰਿਹਾ ਹੈ। ਇਹਦੇ ਬਾਰੇ ਇਹ ਵੀ ਇੱਕ ਵਾਰਤਾ, ਇੱਕ ਇਤਿਹਾਸਕ ਸਾਖੀ ਮਹਾਂਪੁਰਖ ਸੁਣਾਉਂਦੇ ਸਨ। ਕਹਿੰਦੇ ਨੇ, ਇੱਕ ਵਾਰੀ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਆਪਣੀ ਮੌਜ ਵਿੱਚ ਬੈਠੇ ਸਨ। ਨੇੜੇ ਮੱਕੀ ਦਾ ਖੇਤ ਸੀ। ਉਸ ਖੇਤ ਵਿੱਚ ਛੱਲੀਆਂ ਵੀ ਲੱਗੀਆਂ ਹੋਈਆਂ ਸਨ, ਤੇ ਕੁਛ ਦਾਣੇ ਵੀ ਉਹ ਬਾਹਰ ਦਿਖਾਈ ਦੇ ਰਹੇ ਸਨ। ਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਇੱਕ ਛੱਲੀ ਵੱਲ ਦੇਖ ਕੇ ਭਾਈ ਮਰਦਾਨੇ ਨੂੰ ਬਚਨ ਕੀਤਾ। ਕਹਿਣ ਲੱਗੇ, ਭਾਈ ਮਰਦਾਨਿਆ, ਆਓ ਜੋ ਸਾਹਮਣੇ ਛੱਲੀ ਉੱਪਰ ਦਾਣਾ ਲੱਗਿਆ ਹੋਇਆ ਹੈ, ਔਰ ਉਹ ਇੱਕ 100 ਮੀਲ ਤੇ ਮੁਰਗੀ ਹੈ, ਕੁਕੜੀ ਹੈ, ਉਹ ਉਸਨੇ ਖਾਣਾ ਹੈ। ਤੇ ਜਦੋਂ ਇਹ ਗੱਲ ਗੁਰੂ ਮਹਾਰਾਜ ਨੇ ਆਖੀ, ਨੇੜੇ ਉਹ ਜੱਟ ਜਿਸ ਦਾ ਖੇਤ ਸੀ, ਉਹ ਖੜਾ ਸੁਣ ਰਿਹਾ ਸੀ। ਉਹ ਅੱਗੋਂ ਕਹਿਣ ਲੱਗਾ, ਦੇਖੋ ਇਹ ਕਿੰਨੇ ਝੂਠ ਮਾਰਦੇ ਨੇ, ਗਪੌੜੇ ਮਾਰਦੇ ਨੇ। ਖੇਤ ਮੇਰਾ ਬੀਜਿਆ ਹੋਇਆ ਹੈ, ਮੱਕੀ ਮੇਰੀ ਹੈ, ਤੇ ਇਹ ਗੱਲ ਕੀ ਆਖ ਰਹੇ ਨੇ ਬਈ 100 ਮੀਲ ਤੇ ਇੱਕ ਮੁਰਗੀ ਹੈ, ਤੇ ਉਹਨੇ ਇਹ ਦਾਣਾ ਖਾਣਾ। ਇਹ ਕਿੱਡਾ ਵੱਡਾ ਝੂਠ ਹੈ। ਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਮੂੰਹੋਂ ਫਿਰ ਇਹ ਬਚਨ ਨਿਕਲਿਆ। ਕਹਿੰਦੇ, ਨਹੀਂ, ਵਾਹਿਗੁਰੂ ਦਾ ਇਸੇ ਤਰ੍ਹਾਂ ਹੀ ਭਾਣਾ ਹੈ। ਅੱਗੋਂ ਇਹ ਮੂਰਖ ਜੱਟ ਕਹਿਣ ਲੱਗਾ, ਇਹ ਕਿਵੇਂ ਹੋ ਸਕਦਾ ਹੈ? ਇੰਨੀ ਗੱਲ ਕਹਿੰਦਿਆਂ ਸਾਰ ਉਹ ਉਸ ਛੱਲੀ ਦੇ ਕੋਲੇ ਗਿਆ, ਤੇ ਉਸਨੇ ਛੱਲੀ ਤੋੜ ਲਈ। ਤੇ ਉਹ ਜਦੋਂ ਉਹ ਦਾਣੇ ਤੋੜ ਕੇ ਮੂੰਹ ਦੇ ਵਿੱਚ ਫੱਕਾ ਮਾਰਨ ਲੱਗਿਆ,
ਕਹਿੰਦਾ ਲੈ ਤੁਸੀਂ ਤਾਂ ਕਹਿੰਦੇ ਸੀ 100 ਮੀਲ ਤੇ ਮੁਰਗੀ ਉਹਨੇ ਦਾਣਾ ਖਾਣਾ, ਲੈ ਮੈਂ ਹੁਣੇ ਖਾ ਜਾਣਾ, ਤੁਹਾਡਾ ਬਚਨ ਝੂਠਾ ਸਾਬਤ ਕਰ ਦੇਵਾਂਗਾ। ਤੇ ਗੁਰੂ ਮਹਾਰਾਜ ਤਾਂ ਚੁੱਪ ਰਹੇ। ਕਹਿੰਦੇ ਨੇ ਜਦੋਂ ਉਹ ਦਾਣਾ ਤੋੜ ਕੇ ਮੂੰਹ ਦੇ ਵਿੱਚ ਪਾਉਣ ਲੱਗਿਆ, ਉਹ ਇਹਦੀ ਸਾਹ ਵਾਲੀ ਨਾਲੀ ਵਿੱਚ ਜਾ ਕੇ ਫਸ ਗਿਆ। ਨਾ ਉਹ ਗਾਂਹ ਹੋਇਆ ਤੇ ਨਾ ਪਿਛਾਂਹ ਹੋਇਆ। ਤੇ ਹੁਣ ਜਦੋਂ ਬਹੁਤ ਔਖਾ ਹੋਇਆ, ਘਰਦਿਆਂ ਨੂੰ ਪਤਾ ਲੱਗਿਆ, ਉਹ ਕਹਿਣ ਲੱਗੇ ਵੀ ਹੁਣ ਦੱਸੋ ਇਹਨੂੰ ਕਿੱਥੇ ਲੈ ਕੇ ਜਾਈਏ। ਪੁੱਛ ਪੜਤਾਲ ਕੀਤੀ ਤਾਂ ਉਹਨਾਂ ਦੱਸਿਆ ਵੀ ਇੱਕ 100 ਮੀਲ ਦੇ ਉੱਤੇ ਕੋਈ ਵੈਦ ਰਹਿੰਦਾ ਔਰ ਉਹਦੇ ਕੋਲੇ ਦਵਾਈ ਹੈ, ਇਹੋ ਜਿਹੀ ਬਿਮਾਰੀ ਦਾ ਇਲਾਜ ਉਹ ਕਰ ਸਕਦਾ। ਤੇ ਉਸਨੂੰ ਉੱਥੇ ਲਿਜਾਣਾ ਪਿਆ। ਤੇ ਜਦੋਂ 100 ਮੀਲ ਤੇ ਗਏ ਤਾਂ ਉਸ ਵੇਲੇ ਦੱਸਦੇ ਨੇ ਵੀ ਉਸ ਵੈਦ ਨੇ, ਉਸ ਹਕੀਮ ਨੇ ਕੋਈ ਉਸਨੂੰ ਦਵਾਈ ਸੁੰਘਾਈ, ਕਿਉਂਕਿ ਖਾ ਤੇ ਸਕਦਾ ਨਹੀਂ ਸੀ। ਜਦੋਂ ਉਸਨੂੰ ਦਵਾਈ ਸੁੰਘਾਈ ਗਈ, ਉਸ ਨੂੰ ਛਿੱਕ ਆਈ। ਉਹ ਛਿੱਕ ਦੇ ਨਾਲ ਜਿਹੜਾ ਦਾਣਾ ਫਸਿਆ ਸੀ ਉਹ ਬਾਹਰ ਨਿਕਲਿਆ ਤੇ ਉਹ ਸਾਹਮਣੇ ਕੋਈ ਮੁਰਗੀ ਤੁਰੀ ਫਿਰਦੀ ਸੀ, ਝੱਟ ਉਸਨੇ ਚੁੱਕ ਲਿਆ। ਤੇ ਜਦੋਂ ਇਹ ਗੱਲ ਹੋਈ ਤਾਂ ਉਸ ਵੇਲੇ ਉਹ ਜ਼ਿਮੀਂਦਾਰ ਵੀ ਹੈਰਾਨ ਹੋ ਗਿਆ ਤੇ ਸੁਣਨ ਵਾਲੇ ਵੀ, ਦੇਖਣ ਵਾਲੇ ਵੀ ਸਾਰੇ ਹੈਰਾਨ ਹੋਏ। ਫਿਰ ਇਹਦੇ ਮਨ ਦੇ ਵਿੱਚ ਗੁਰੂ ਮਹਾਰਾਜ ਦੇ ਪ੍ਰਤੀ ਸ਼ਰਧਾ ਭਾਵਨਾ ਪੈਦਾ ਹੋਈ। ਕਹਿਣ ਲੱਗਾ, ਲਓ ਵੀ ਗੁਰੂ ਮਹਾਰਾਜ ਸੱਚਾ ਬਚਨੀ ਆਖਦੇ ਸਨ, ਇਸ ਲਈ ਮੈਂ ਮੂਰਖ ਨੇ ਗੁਰੂ ਮਹਾਰਾਜ ਦੇ ਬਚਨ ਦੀ ਕਦਰ ਨਾ ਕੀਤੀ, ਮੈਨੂੰ ਖੁਦ ਨੂੰ ਵੀ ਕਸ਼ਟ ਉਠਾਉਣਾ ਪਿਆ। ਪਰ ਵੇਖ ਲਓ ਜੋ ਉਹਨਾਂ ਬਚਨ ਕੀਤਾ ਸੀ, 100 ਮੀਲ ਤੇ ਮੁਰਗੀ ਉਹਨੇ ਇਹ ਦਾਣਾ ਖਾਣਾ ਸੀ ਤੇ ਉਹਨੂੰ ਹੀ ਇਹ ਖਾਣ ਦਾ ਨਸੀਬ ਹੋਇਆ, ਉਹਨੂੰ ਖਾਣ ਦਾ ਮੌਕਾ ਮਿਲਿਆ। ਸੋ ਇੱਥੇ ਗੁਰੂ ਅੰਗਦ ਦੇਵ ਮਹਾਰਾਜ ਫਰਮਾਉਂਦੇ ਨੇ, ਗੁਰਮੁਖੋ ਵੀ ਸਾਰਿਆਂ ਦੇ ਨੱਕ ਵਿੱਚ ਵਾਹਿਗੁਰੂ ਨੇ ਨੱਥ ਲਗਾਮ ਪਾਈ ਹੋਈ ਹੈ, ਨਕੇਲ ਪਾਈ ਹੋਈ ਹੈ, ਤੇ ਉਸ ਦੀ ਵਾਗਡੋਰ ਵਾਹਿਗੁਰੂ ਦੀ ਆਪਣੀ ਹੱਥ ਵਸ ਹੈ ਤੇ ਹਰ ਜੀਵ ਨੂੰ ਉਹਦਾ ਕੀਤਾ ਕਰਮ ਧੱਕੇ ਦਿੰਦਾ ਹੈ। ਭਾਵ ਜਿੱਥੇ ਵੀ ਉਹ ਕਰਮ ਦਾ ਫਲ ਭੋਗਣਾ ਹੁੰਦਾ ਹੈ, ਉੱਥੇ ਜੀਵ ਨੂੰ ਉਸ ਦਾ ਕੀਤਾ ਕਰਮ ਲੇਖ ਹੀ ਲੈ ਜਾਂਦਾ ਹੈ। ਜਹਾਂ ਦਾਣੇ ਤਹਾਂ ਖਾਣੇ, ਨਾਨਕਾ ਸੱਚ ਹੈ। ਧੰਨ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ ਬਈ ਜਹਾਂ ਦਾਣੇ, ਜਿੱਥੇ ਕਿਸੇ ਦੇ ਦਾਣੇ ਲਿਖੇ ਹੋਏ ਨੇ ਤੇ ਉੱਥੇ ਉਹਨੇ ਜਾ ਕੇ ਖਾਣੇ ਹੈ। ਭਾਵ ਜਿੱਥੇ ਕਿਸੇ ਦਾ ਅੰਨ ਪਾਣੀ ਲਿਖਿਆ ਹੈ, ਜਿੱਥੇ ਵਾਹਿਗੁਰੂ ਨੇ ਚੂਗਾ ਖਿਲਾਰਿਆ ਹੈ, ਉੱਥੇ ਜਾ ਕੇ ਜੀਵ ਨੂੰ ਖਾਣਾ ਪੈਂਦਾ ਹੈ। ਨਾਨਕਾ ਸੱਚ ਹੈ। ਧੰਨ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਇਹ ਗੱਲ ਬਿਲਕੁਲ ਸੱਚੀ ਹੈ, ਇਹ ਇੱਕ ਹਕੀਕਤ ਹੈ ਭਈ ਜਿੱਥੇ ਵਾਹਿਗੁਰੂ ਨੇ ਕਿਸੇ ਦਾ ਅੰਨ ਪਾਣੀ ਲਿਖਿਆ ਹੋਇਆ, ਚਾਹੇ ਕੋਈ ਬਹਾਨਾ ਬਣੇ, ਉਹਨੂੰ ਉੱਥੇ ਜਾ ਕੇ ਹੀ ਖਾਣਾ ਪੈਂਦਾ ਹੈ। ਪੌੜੀ ਸਭੇ ਗੱਲਾਂ ਆਪ ਠਾਠ ਬਹਾਲਿਓ। ਪੌੜੀ ਵਿੱਚ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਸਭੇ ਗੱਲਾਂ ਆਪ ਠਾਠ ਬਹਾਲਿਓ। ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਸਾਰੀਆਂ ਗੱਲਾਂ ਦਾ ਠਾਠ ਦਾ ਅਰਥ ਹੈ ਬੰਨ ਨੂੰ ਬੰਨ ਕੇ। ਵਾਹਿਗੁਰੂ ਪਰਮੇਸ਼ਰ ਨੇ ਇੱਕ ਐਸੀ ਮਰਜ਼ਾਦਾ ਬਹਾਲੀਓਨ ਬਣਾ ਦਿੱਤੀ ਹੈ, ਸਾਰੀਆਂ ਗੱਲਾਂ ਦਾ ਇੱਕ ਬੰਨ ਨੂੰ ਬੰਨ ਕੇ ਐਸੀ ਮਰਜ਼ਾਦਾ ਵਾਹਿਗੁਰੂ ਨੇ ਕਾਇਮ ਕਰ ਦਿੱਤੀ ਹੈ। ਆਪੇ ਰਚਨ ਰਚਾਏ ਆਪੇ ਹੀ ਘਾਲਿਓ। ਇਸੇ ਲਈ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਸਭੇ ਗੱਲਾਂ ਆਪ, ਸਾਰੀਆਂ ਗੱਲਾਂ ਵਾਹਿਗੁਰੂ ਪਰਮੇਸ਼ਰ ਨੇ ਆਪ ਹੀ ਪੈਦਾ ਕਰਕੇ ਤੇ ਉਹਨਾਂ ਨੂੰ ਸੰਪੂਰਨ ਕਰਕੇ ਤੇ ਸੰਸਾਰ ਦਾ ਠਾਠ ਬਾਠ ਬਣਾ ਕੇ ਇਸ ਨੂੰ ਬਹਾਲੀਓਂ ਕਾਇਮ ਕੀਤਾ ਹੈ। ਆਪੇ ਰਚਨ ਰਚਾਏ, ਆਪੇ ਸਾਰੇ ਸੰਸਾਰ ਦੇ ਰਚਨ ਇਸ ਤਮਾਸ਼ੇ ਨੂੰ ਬਣਾ ਕੇ ਆਪੇ ਹੀ ਘਾਲਿਓਂ ਤੇ ਆਪ ਹੀ ਫਿਰ ਵਾਹਿਗੁਰੂ ਪਰਮੇਸ਼ਰ ਨੇ ਘਾਲਿਓਂ ਦਾ ਅਰਥ ਉਸ ਨੂੰ ਨਾਸ਼ ਕੀਤਾ ਹੈ। ਸਾਰੀ ਰਚਨਾ ਨੂੰ, ਸੰਸਾਰ ਦੇ ਤਮਾਸ਼ੇ ਨੂੰ ਬਣਾਇਆ ਵੀ ਉਸ ਨੇ ਹੈ ਤੇ ਘਾਲਿਓਂ ਦਾ ਅਰਥ ਉਸੇ ਨੇ ਫਿਰ ਉਸ ਨੂੰ ਨਾਸ਼ ਕੀਤਾ ਹੈ। ਆਪੇ ਜੰਤੇ ਉਪਾਏ ਆਪ ਪ੍ਰਿਤ ਪਾਲਿਓ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਉਸ ਅਕਾਲ ਪੁਰਖ ਵਾਹਿਗੁਰੂ ਨੇ ਆਪੇ ਹੀ ਸਾਰੇ ਜੀਵ ਪੈਦਾ ਕੀਤੇ ਨੇ
ਤੇ ਆਪ ਹੀ ਸਭ ਦੀ ਪਾਲਣਾ ਪੋਸ਼ਣਾ ਕਰ ਰਿਹਾ ਹੈ। ਦਾਸ ਰਖੇ ਕੰਠ ਲਾਏ ਨਦਰ ਨਿਹਾਲਿਓ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰਮੁਖੋ ਉਸ ਵਾਹਿਗੁਰੂ ਨੇ ਦਾਸ ਆਪਣੇ ਕੰਠ ਗਲ ਦੇ ਨਾਲ ਲਾ ਕੇ ਰੱਖੇ ਨੇ। ਨਦਰ ਨਿਹਾਲਿਓ ਤੇ ਉਹਨਾਂ ਵੱਲ ਮਿਹਰ ਦੀ ਦ੍ਰਿਸ਼ਟੀ ਨਾਲ ਉਸਨੇ ਤੱਕਿਆ। ਭਾਵ ਜਿਵੇਂ ਅਸੀਂ ਆਪਣੇ ਧੀਆਂ ਪੁੱਤਰਾਂ ਵੱਲ ਬੜੀ ਮਿਹਰ ਦ੍ਰਿਸ਼ਟੀ ਨਾਲ, ਦਇਆ ਦ੍ਰਿਸ਼ਟੀ ਨਾਲ ਤੱਕਦੇ ਹਾਂ, ਇਸੇ ਤਰ੍ਹਾਂ ਵਾਹਿਗੁਰੂ ਪਰਮੇਸ਼ਰ ਨੇ ਆਪਣੇ ਦਾਸਾਂ ਵੱਲ ਮਿਹਰ ਦੀ ਨਿਗਾਹ ਨਾਲ ਤੱਕਿਆ ਤੇ ਉਹਨਾਂ ਨੂੰ ਆਪਣੇ ਗਲ ਦੇ ਨਾਲ ਲਾ ਕੇ ਰੱਖਿਆ ਹੈ। ਨਾਨਕ ਭਗਤਾਂ ਸਦਾ ਆਨੰਦ ਭਾਉ ਦੂਜਾ ਜਾਲਿਓ। ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਉਹਨਾਂ ਭਗਤਾਂ ਦੇ ਮਨ ਦੇ ਵਿੱਚ ਹਮੇਸ਼ਾ ਲਈ ਆਨੰਦ ਪ੍ਰਗਟ ਹੋ ਜਾਂਦਾ ਹੈ। ਕਿਉਂ? ਭਾਉ ਦੂਜਾ ਜਾਲਿਓ, ਉਹਨਾਂ ਨੇ ਦੁਐਤ ਭਾਵ ਛੱਡ ਦਿੱਤਾ ਹੈ। ਜਦੋਂ ਦੁਐਤ ਭਾਵ ਛੱਡ ਜਾਂਦਾ ਹੈ ਤੇ ਫੇਰ ਹੀ ਮਨ ਦੇ ਵਿੱਚ ਜਿਹੜਾ ਆਤਮਕ ਆਨੰਦ ਪ੍ਰਗਟ ਹੁੰਦਾ ਹੈ। ਸ਼ਲੋਕ ਮਹੱਲਾ ਤੀਜਾ। ਏ ਮਨ ਹਰਿ ਜੀ ਧਿਆਏ ਤੂੰ, ਇਕ ਮਨ ਇਕ ਚਿਤ ਪਾਏ। ਲੋ ਹੁਣ ਅੱਗੇ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਦਾ ਸ਼ਲੋਕ ਆ ਰਿਹਾ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਸਾਡੇ ਮਨ ਨੂੰ ਸੰਬੋਧਨ ਕਰਕੇ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਇਹ ਮਨ ਹਰਿ ਜੀ ਧਿਆਏ ਤੂੰ, ਇਹ ਮਨ, ਐ ਮਨ, ਤੂੰ ਉਸ ਅਕਾਲ ਪੁਰਖ ਵਾਹਿਗੁਰੂ ਜੀ ਸਤਿਕਾਰ ਦਾ ਬੋਧਕ ਹੈ ਕਿ ਐ ਮਨ ਤੂੰ ਉਸ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਧਿਆ, ਉਹਨੂੰ ਚੇਤੇ ਕਰ। ਕਿਵੇਂ? ਇੱਕ ਮਨ ਇੱਕ ਚਿੱਤ ਪਾਏ। ਇੱਕ ਮਨ ਇੱਕ ਚਿੱਤ ਹੋ ਕੇ, ਤੇ ਪਾਏ ਦਾ ਅਰਥ ਹੈ ਪ੍ਰੇਮ ਦੇ ਨਾਲ। ਇਹਦਾ ਮਤਲਬ ਹੈ ਵੀ ਇੱਕ ਮਨ ਇੱਕ ਚਿੱਤ ਹੋ ਕੇ ਤੇ ਪ੍ਰੇਮ ਦੇ ਨਾਲ ਵਾਹਿਗੁਰੂ ਦਾ ਸਿਮਰਨ ਕਰ। ਹਰ ਕੀਆਂ ਸਦਾ ਸਦਾ ਵਡਿਆਈਆਂ ਦੇ ਨਾ ਪਛੋਤਾਏ। ਕਿਉਂਕਿ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀਆਂ ਸਦਾ ਸਦਾ ਹੀ ਵਡਿਆਈਆਂ ਪ੍ਰਾਪਤ ਹੋ ਰਹੀਆਂ ਹਨ। ਉਹ ਵਾਹਿਗੁਰੂ ਪਰਮੇਸ਼ਰ ਇਹੋ ਜਿਹਾ ਬੇਪਰਵਾਹ ਦਾਤਾ ਹੈ, ਉਹ ਸਭ ਨੂੰ ਦਾਤਾਂ ਦਿੰਦਾ ਹੀ ਦਿੰਦਾ ਹੈ। ਦਿੰਦਾ ਦੇ ਲੈਂਦੇ ਥੱਕ ਪਾਹੇ, ਜੁਗਾ ਜੁਗੰਤਰ ਖਾਹੀ ਖਾਹੇ ਨਾ ਪਛੋਤਾਏ। ਫਿਰ ਉਹ ਬਾਅਦ ਵਿੱਚ ਪਛਤਾਉਂਦਾ ਨਹੀਂ ਹੈ। ਜਿਵੇਂ ਆਮ ਮਨੁੱਖ ਦਾ ਇੱਕ ਸੁਭਾਅ ਹੈ, ਜੇ ਉਹ ਕਿਸੇ ਨੂੰ ਕੋਈ ਚੀਜ਼ ਦੇ ਵੀ ਦਿੰਦਾ ਹੈ, ਫਿਰ ਮਨੁੱਖ ਇਹ ਚਾਹੁੰਦਾ ਹੈ ਵੀ ਇਹ ਸਾਰੀ ਉਮਰ ਹੀ ਮੇਰਾ ਅਹਿਸਾਨਮੰਦ ਬਣਿਆ ਰਵੇ। ਜੇ ਉਹ ਥੋੜ੍ਹਾ ਜਿਹਾ ਉਸਦੇ ਖਿਆਲਾਂ ਤੋਂ ਬਾਹਰ ਚਲਿਆ ਜਾਵੇ ਤੇ ਫਿਰ ਉਸੇ ਵੇਲੇ ਮਨੁੱਖ ਦੇ ਅੰਦਰ ਰੋਸ ਪੈਦਾ ਹੁੰਦਾ ਹੈ, ਗਿਲਾ ਪੈਦਾ ਹੁੰਦਾ ਹੈ ਤੇ ਫਿਰ ਪਛਤਾਉਂਦਾ ਵੀ ਹੈ, ਮੈਂ ਇਹ ਕਾਹਨੂੰ ਇਸ ਨੂੰ ਇਹ ਦਾਤ ਦੇਣੀ ਸੀ। ਪਰ ਹਜ਼ੂਰ ਕਹਿੰਦੇ ਵਾਹਿਗੁਰੂ ਪਰਮੇਸ਼ਰ ਦੇ ਵਿੱਚ ਇਹ ਗੱਲ ਨਹੀਂ ਹੈ। ਉਸ ਵਾਹਿਗੁਰੂ ਦੀਆਂ ਹਮੇਸ਼ਾ ਹਮੇਸ਼ਾ ਵਡਿਆਈਆਂ ਸਭ ਨੂੰ ਪ੍ਰਾਪਤ ਹੋ ਰਹੀਆਂ ਹਨ। ਉਹ ਵਾਹਿਗੁਰੂ ਐਸਾ ਦਾਤਾ ਹੈ, ਉਹ ਦੇ ਕੇ ਕਦੀ ਪਛਤਾਉਂਦਾ ਨਹੀਂ ਹੈ। ਚਾਹੇ ਕੋਈ ਉਹਦਾ ਸ਼ੁਕਰਗੁਜ਼ਾਰ ਹੋਵੇ ਚਾਹੇ ਨਾ ਹੋਵੇ। ਕਿੰਨੇ ਲੋਕ ਨੇ ਜਿਹੜੇ ਨਾਸਤਿਕੀ ਨੇ, ਰੱਬ ਨੂੰ ਮੰਨਦੇ ਹੀ ਨਹੀਂ, ਤੇ ਪਰਮੇਸ਼ਰ ਉਹਨਾਂ ਨੂੰ ਵੀ ਦੇਈ ਜਾਂਦਾ ਹੈ, ਕਿਉਂਕਿ ਉਸ ਦਾ ਬਿਰਦ ਬੜਾ ਦਿਆਲੂ ਕਿਰਪਾਲੂ ਹੈ। ਕਲਗੀਧਰ ਪਾਤਸ਼ਾਹ ਨੇ ਫਰਮਾਇਆ ਹੈ, ਦੀਨ ਦਇਆਲ ਦਇਆ ਨਿਧ, ਦੋਖਨ ਦੇਖਤ ਹੈ ਪਰ ਦੇਤ ਨ ਹਾਰੈ। ਉਹ ਦੀਨਾਂ ਤੇ ਦਿਆਲਤਾ ਕਰਨ ਵਾਲਾ ਵਾਹਿਗੁਰੂ ਦਇਆ ਦਾ ਸਮੁੰਦਰ ਹੈ। ਉਹ ਸਾਡੇ ਦੋਸ਼ਾਂ ਨੂੰ ਵੀ ਦੇਖ ਰਿਹਾ ਹੈ। ਕਿੰਨੇ ਕੁ ਲੋਕ ਨੇ ਜਿਹੜੇ ਅੰਮ੍ਰਿਤ ਵੇਲੇ ਉੱਠ ਕੇ ਨਿਤਨੇਮ ਕਰਦੇ ਹਨ, ਵਾਹਿਗੁਰੂ ਦਾ ਸਿਮਰਨ ਕਰਦੇ ਹਨ ਜਾਂ ਨਿਤਨੇਮ ਕਰਦੇ ਹਨ, ਪਰ ਉਹ ਵਾਹਿਗੁਰੂ ਇੰਨਾ ਦਿਆਲੂ ਕਿਰਪਾਲੂ ਦਾਤਾ ਹੈ, ਸਾਡੇ ਦੋਸ਼ਾਂ ਨੂੰ ਦੇਖ ਵੀ ਰਿਹਾ ਹੈ ਵੀ ਇਹ ਕੀ ਕੁਛ ਕਰਤੂਤਾਂ ਕਰਦੇ ਨੇ, ਪਰ ਉਹ ਦੇਣ ਵਾਲਿਓ ਨਹੀਂ ਹਾਰਦਾ, ਉਹ ਫਿਰ ਵੀ ਦੇਈ ਜਾਂਦਾ। ਇਸੇ ਲਈ ਹਜ਼ੂਰ ਕਹਿੰਦੇ ਨੇ ਉਹ ਵਾਹਿਗੁਰੂ ਐਸਾ ਦਾਤਾ ਹੈ, ਉਹ ਦੇ ਕੇ ਕਦੀ ਪਛਤਾਉਂਦਾ ਨਹੀਂ ਹੈ। ਉਹ ਹਰ ਕੈ ਸਦ ਬਲਿਹਾਰਣੈ, ਜਿਤ ਸੇਵਿਆ ਸੁਖ ਪਾਏ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰਮੁਖੋ ਅਸੀਂ ਉਸ ਅਕਾਲ ਪੁਰਖ ਵਾਹਿਗੁਰੂ ਤੋਂ ਹਮੇਸ਼ਾ ਲਈ ਬਲਿਹਾਰ ਜਾਂਦੇ ਹਾਂ। ਜਿਤ ਸੇਵਿਆ ਸੁਖ ਪਾਏ, ਜਿਸ ਵਾਹਿਗੁਰੂ ਦੀ ਸੇਵਾ ਕਰਕੇ ਸਾਨੂੰ ਹਮੇਸ਼ਾ ਲਈ ਸੱਚਾ ਸੁਖ, ਆਤਮਕ ਸੁਖ ਪ੍ਰਾਪਤ ਹੋ ਸਕਦਾ ਹੈ।
ਨਾਨਕ ਗੁਰਮੁਖ ਮਿਲ ਰਹੈ ਹਉ ਮੈਂ ਸ਼ਬਦ ਜਲਾਏ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਜਿਹੜੇ ਗੁਰਮੁਖ ਵਿਅਕਤੀ ਹੈ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਹਮੇਸ਼ਾ ਲਈ ਮਿਲ ਰਿਹਾ, ਉਹ ਮਿਲਿਆ ਰਹਿੰਦਾ ਹੈ। ਕਿਵੇਂ? ਹਉਮੈ ਸ਼ਬਦ ਜਲਾਏ, ਗੁਰੂ ਕੇ ਸ਼ਬਦ ਦੀ ਕਮਾਈ ਕਰਕੇ ਹਉਮੈ ਨੂੰ ਸਾੜ ਕੇ, ਕਿਉਂਕਿ ਹਉਮੈ ਦੀਰਘ ਰੋਗ ਹੈ, ਗੁਰੂ ਸ਼ਬਦ ਹੀ ਇਸ ਦਾ ਦਾਰੂ ਹੈ, ਇਸ ਦਾ ਇਲਾਜ ਹੈ। ਹਉਮੈ ਦੀਰਘ ਰੋਗ ਹੈ, ਦਾਰੂ ਪੀ ਇਸ ਮਾਹੀ, ਕਿਰਪਾ ਕਰੇ ਜੀ ਆਪਣੀ ਤਾਂ ਗੁਰ ਕਾ ਸ਼ਬਦ ਕਮਾਹੇ। ਗੁਰੂ ਸ਼ਬਦ ਦੁਆਰਾ ਹਉਮੈ ਨੂੰ ਸਾੜ ਕੇ ਗੁਰਮੁਖ ਵਿਅਕਤੀ ਹਮੇਸ਼ਾ ਲਈ ਵਾਹਿਗੁਰੂ ਪਰਮੇਸ਼ਰ ਨੂੰ ਮਿਲਿਆ ਰਹਿੰਦਾ ਹੈ। ਮਹੱਲਾ ਤੀਜਾ। ਆਪੇ ਸੇਵਾ ਲਾਇਨ ਆਪੇ ਬਖਸ਼ ਕਰੇ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਬਈ ਗੁਰੂ ਦੀ ਸੇਵਾ ਕਿਸ ਤਰ੍ਹਾਂ ਹੋ ਸਕਦੀ ਹੈ? ਕਈ ਲੋਕ ਤਾਂ ਇਹ ਵੀ ਸੋਚਦੇ ਹਨ ਕਿ ਅਸੀਂ ਆਪਣੀ ਮਰਜ਼ੀ ਨਾਲ ਸੇਵਾ ਕਰ ਸਕਦੇ ਹਾਂ, ਪਰ ਹਜ਼ੂਰ ਕਹਿੰਦੇ ਨਹੀਂ, ਜਿਹੜੀ ਅਸਲੀ ਸੇਵਾ ਹੈ ਨਾ ਗੁਰੂ ਦੀ, ਉਹ ਗੁਰੂ ਦੀ ਕਿਰਪਾ ਦੇ ਨਾਲ ਹੀ ਹੁੰਦੀ ਹੈ। ਆਪੇ ਸੇਵਾ ਲਾਇਨ, ਉਸ ਸਤਿਗੁਰੂ ਨੇ ਆਪ ਹੀ ਕਿਰਪਾ ਕਰਕੇ ਆਪਣੀ ਸੇਵਾ ਦੇ ਵਿੱਚ ਗੁਰਸਿੱਖਾਂ ਨੂੰ ਲਾਇਆ ਹੈ। ਆਪੇ ਬਖਸ਼ ਕਰੇ, ਤੇ ਫਿਰ ਆਪ ਹੀ ਸਤਿਗੁਰੂ ਬਖਸ਼ਾਂ ਵੀ ਕਰਦੇ ਨੇ। ਟਹਿਲ ਮਹਿਲ ਤਾਂ ਕੋ ਮਿਲੇ ਜਾਂ ਕੋ ਸਾਧ ਕਿਰਪਾਲ, ਕਿਉਂਕਿ ਸਤਿਗੁਰੂ ਮਹਾਰਾਜ ਦੇ ਬਚਨ ਨੇ, ਜਿਨ ਸੇਵਿਆ ਤਿਨ ਪਾਇਆ ਮਾਨ। ਜਿਸਨੇ ਵੀ ਸੇਵਾ ਕੀਤੀ ਉਹਦਾ ਫਲ ਉਸਨੇ ਮਾਣ ਆਦਰ ਤੇ ਪ੍ਰਾਪਤ ਕਰਨਾ ਹੀ ਕਰਨਾ ਹੈ। ਇਸ ਲਈ ਜਿਹੜੀ ਅਸਲੀ ਗੁਰੂ ਦੀ ਸੇਵਾ ਹੈ ਨਾ, ਉਹ ਨਿਰਮਾਣ ਤੇ ਨਿਸਕਾਮ ਸੇਵਾ ਹੈ, ਤੇ ਉਸ ਸੇਵਾ ਦੇ ਵਿੱਚ ਜਿਸਨੂੰ ਆਪ ਹੀ ਸਤਿਗੁਰੂ ਲਾਉਂਦੇ ਹਨ ਉਹੀ ਲੱਗ ਸਕਦਾ ਹੈ, ਤੇ ਆਪੇ ਪਾਏ ਸਤਿਗੁਰੂ ਉਸ ਨੂੰ ਬਖਸ਼ਾਂ ਕਰਦੇ ਹਨ। ਭਾਵ ਸੇਵਾ ਵਾਲਿਆਂ ਨੂੰ ਗੁਰੂ ਘਰ ਵੱਲੋਂ ਬਖਸ਼ਿਸ਼ਾਂ ਅਤੇ ਵਰਦਾਨ ਤੇ ਉਹਨਾਂ ਨੂੰ ਬਖਸ਼ਾਂ ਵੀ ਪ੍ਰਾਪਤ ਹੁੰਦੀਆਂ ਨੇ। ਜਿਵੇਂ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਦੇ ਸਮੇਂ ਜਿਨ੍ਹਾਂ ਗੁਰਮੁਖਾਂ ਨੇ ਸੇਵਾ ਕੀਤੀ ਤੇ ਉਹਨਾਂ ਨੂੰ ਗੁਰੂ ਮਹਾਰਾਜ ਨੇ 22 ਮੰਜੀਆਂ ਬਖਸ਼ਿਸ਼ ਕੀਤੀਆਂ, ਤੇ ਕੁਛ ਮਾਈਆਂ ਬੀਬੀਆਂ ਨੇ ਵੀ ਸੇਵਾ ਕੀਤੀ ਤੇ ਉਹਨਾਂ ਨੂੰ 52 ਪੀੜੇ ਬਖਸ਼ਿਸ਼ ਕੀਤੇ। ਇਉਂ ਆਪੇ ਸੇਵਾ ਲਾਇਆ ਆਪੇ ਬਖਸ਼ ਕਰੇ। ਆਪ ਹੀ ਗੁਰੂ ਪਰਮੇਸ਼ਰ ਨੇ ਸਾਰਿਆਂ ਨੂੰ ਸੇਵਾ ਦੇ ਵਿੱਚ ਲਾਇਆ ਹੈ, ਤੇ ਆਪ ਹੀ ਉਹ ਬਖਸ਼ਾਂ ਕਰਦਾ ਹੈ।